ਮੋਂਗਾ ਸਰ ਦੀ ਮੈਥ ਕਲਾਸ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਸਕਰੀਨ ਤੇ ਤੁਸੀਂ ਵੇਖ ਰਹੇ ਹੋ ਜਮਾਤ 9ਵੀਂ ਦੁਹਰਾਈ ਲਈ ਨਵੰਬਰ ਯਾਨੀ ਕਿ ਦਸੰਬਰ ਵਿੱਚ ਹੋ ਰਹੀ ਪ੍ਰੀਖਿਆ ਦਾ ਨਮੂਨਾ ਪ੍ਰਸ਼ਨ ਪੱਤਰ 2020-21। ਆਪਾਂ ਇਸ ਵੀਡੀਓ ਲੈਕਚਰ ਦੇ ਵਿੱਚ ਇਸ ਪ੍ਰਸ਼ਨ ਪੱਤਰ ਦੇ ਇੱਕ ਅੰਕਾਂ ਵਾਲੇ ਪ੍ਰਸ਼ਨਾਂ ਦੇ ਹੱਲ ਤੇ ਚਰਚਾ ਕਰਦੇ ਹਾਂ। ਆਓ ਸ਼ੁਰੂ ਕਰੀਏ। ਜਿਸ ਤਰ੍ਹਾਂ ਅਸੀਂ ਜਾਣਦੇ ਹਾਂ ਕਿ ਨਵੇਂ ਪੈਟਰਨ ਦੇ ਅਨੁਸਾਰ ਭਾਗ ਊੜਾ ਦੇ ਪਹਿਲੇ ਪ੍ਰਸ਼ਨ ਦੇ ਇੱਕ ਅੰਕ ਵਾਲੇ ਬਹੁ ਵਿਕਲਪੀ 16 ਭਾਗ ਹੋਣਗੇ। ਤਾਂ ਉਹ ਪਹਿਲੇ ਪ੍ਰਸ਼ਨ ਦਾ ਹੀ ਪਹਿਲਾ ਭਾਗ ਆਪਾਂ ਕਰਨ ਲੱਗੇ ਹਾਂ। ਭਾਗ ਪਹਿਲਾ ਹੇਠ ਲਿਖਿਆਂ ਵਿੱਚੋਂ ਕਿਹੜੀ ਪ੍ਰਮੇਯ ਸੰਖਿਆ ਨਹੀਂ ਹੈ। ਇੱਥੇ 4 ਆਪਸ਼ਨਸ ਨੇ। 3 ਦੇ ਉੱਪਰ ਵਰਗਮੂਲ ਦਾ ਚਿੰਨ੍ਹ ਹੈ, 1 0 ਹੈ। 0 ਤਾਂ ਪ੍ਰਮੇਯ ਹੈ। ਉਹਨਾਂ ਨੇ ਪੁੱਛਿਆ ਕਿਹੜੀ ਪ੍ਰਮੇਯ ਸੰਖਿਆ ਨਹੀਂ ਹੈ। ਬਾਕੀਆਂ ਦੇ ਵਿੱਚੋਂ ਜਿਹੜੀਆਂ ਸੰਖਿਆਵਾਂ ਪੂਰਨ ਵਰਗ ਹਨ ਪਰ ਉੱਤੇ ਵਰਗਮੂਲ ਦਾ ਚਿੰਨ੍ਹ ਹੈ ਉਹ ਪ੍ਰਮੇਯ ਹੀ ਹੁੰਦੀਆਂ ਹਨ। 2 ਪੂਰਨ ਵਰਗ ਨਹੀਂ ਹੈ ਪਰ ਉਹਦੇ ਉੱਤੇ ਵਰਗਮੂਲ ਦਾ ਚਿੰਨ੍ਹ ਹੈ, ਇਸ ਲਈ ਇਹ ਹੀ ਪ੍ਰਮੇਯ ਸੰਖਿਆ ਨਹੀਂ ਹੈ। ਯਾਨੀ ਕਿ ਇਸ ਨੂੰ ਆਪਾਂ ਉਲਟੇ ਰੂਪ 'ਚ ਕਹਿ ਸਕਦੇ ਹਾਂ ਕਿ ਇਹ ਇੱਕ ਅਪ੍ਰਮੇਯ ਸੰਖਿਆ ਹੈ। ਪ੍ਰਸ਼ਨ ਨੰਬਰ 1 ਦਾ ਭਾਗ ਦੂਜਾ 9 ਦੀ ਘਾਤ 3/2 ਦਾ ਮੁੱਲ ਪਤਾ ਕਰੋ। ਇੱਥੇ ਅਸੀਂ ਕੀ ਕਰਾਂਗੇ, ਜਿਹੜਾ 9 ਹੈ ਉਹਨੂੰ ਅਸੀਂ 3 ਦੀ ਘਾਤ 2 ਦੇ ਰੂਪ 'ਚ ਲਿਖ ਲਾਂਗੇ, ਕਿਉਂਕਿ 9 ਦਾ ਮਤਲਬ ਹੀ 3 ਦਾ ਵਰਗ ਹੈ, ਤਾਂ ਆ ਹੋ ਗਿਆ 3 ਦਾ ਵਰਗ। ਇਹਦੇ ਉੱਪਰ ਜਿਹੜੀ ਘਾਤ 3/2 ਉਸੇ ਤਰ੍ਹਾਂ ਲਿਖਾਂਗੇ। ਘਾਤ ਦੇ ਉੱਪਰ ਘਾਤ ਹੋਵੇ ਤਾਂ ਘਾਤਾਂ ਦੀ ਗੁਣਾ ਹੋ ਜਾਂਦੀ ਹੈ, ਯਾਨੀ ਕਿ ਆਧਾਰ ਉਸ ਤਰ੍ਹਾਂ ਘਾਤ ਕਿਹੜੀ ਸੀ 1 2, ਉਹਦੇ ਨਾਲ ਗੁਣਾ ਹੋ ਗਈ 3/2, 2 ਨਾਲ 2 ਕੈਂਸਲ ਹੋ ਗਏ, ਆਧਾਰ 3 ਰਹਿ ਗਿਆ, ਉਹਦੇ ਉੱਪਰ ਘਾਤ ਵੀ ਇਕੱਲੀ 3 ਰਹਿ ਗਈ, 2 ਤਾਂ ਕੈਂਸਲ ਹੀ ਹੋ ਗਿਆ। ਇਹ 3 ਦੀ ਘਾਤ 3 ਦਾ ਮਤਲਬ ਹੁੰਦਾ 27, ਤਾਂ ਆੜਾ ਆਪਸ਼ਨ ਹੈ ਜਿਹੜੇ ਉਹ ਸਹੀ ਜਵਾਬ ਹੈ। ਪ੍ਰਸ਼ਨ ਨੰਬਰ 1 ਦਾ ਭਾਗ ਤੀਸਰਾ 25 ਦੀ ਘਾਤ 0 ਦਾ ਮੁੱਲ ਜੋ ਮਰਜ਼ੀ ਸੰਖਿਆ ਹੋਵੇ, ਅਗਰ ਉਹਦੀ ਘਾਤ 0 ਹੈ ਉਹਦਾ ਮੁੱਲ 1 ਹੁੰਦਾ ਹੈ। ਈਡੀ ਆਪਸ਼ਨ ਹੈ ਜਿਹੜੀ ਉਹ ਸਹੀ ਜਵਾਬ ਹੈ। ਇਸ ਤਰ੍ਹਾਂ ਭਾਗ ਚੌਥਾ 2 + x ਦੀ ਘਾਤ 2 + x ਵਿੱਚ x ਦੀ 2 ਦਾ ਗੁਣਾਂਕ ਹੈ, ਯਾਨੀ ਕਿ ਇਹਦੇ ਵਿੱਚ 3 ਭਾਗ ਨੇ, ਇੱਕ ਇਕੱਲਾ 2 ਹੈ, ਇੱਕ ਇਕੱਲਾ x ਹੈ। ਸਾਨੂੰ ਪੁੱਛਿਆ x ਦੀ 2 ਦੇ ਅੱਗੇ ਕੀ ਲੱਗਿਆ ਹੈ, ਕੁਝ ਨਹੀਂ ਲੱਗਿਆ ਤਾਂ 1 ਹੁੰਦਾ ਹੈ, ਪਰ ਪਲੱਸ ਦਾ ਚਿੰਨ੍ਹ ਹੋਣ ਕਰਕੇ ਪਲੱਸ ਵਾਲੇ 1 ਨੂੰ ਅਸੀਂ ਸਹੀ ਕਵਾਂਗੇ। -1 ਨੂੰ ਤਾਂ ਕਹਿ ਸਕਦੇ ਸੀ ਜੇ ਇੱਥੇ -1 ਦਾ ਚਿੰਨ੍ਹ ਹੁੰਦਾ। ਤਾਂ ਇਸ ਵੇਲੇ ਆਪਸ਼ਨ ਆੜਾ ਜਿਹੜੀ ਹੈ ਉਹ x ਦੀ 2 ਦੇ ਗੁਣਾਂਕ ਲਈ ਸਹੀ ਵਿਕਲਪ ਹੈ। ਇਸੇ ਹੀ ਪ੍ਰਸ਼ਨ ਦਾ ਭਾਗ ਪੰਜਵਾਂ ਪੋਲੀਨੋਮੀਅਲ ਆਫ x = 9x + 4 ਦਾ ਸਿਫਰ ਕੀ ਹੈ। ਜਦੋਂ ਅਸੀਂ ਕਿਸੇ ਪੋਲੀਨੋਮੀਅਲ ਦੀ ਸਿਫਰ ਪਤਾ ਕਰਨੀ ਹੈ ਤਾਂ ਇਹ ਰੇਖੀ ਯਾਨੀ ਕਿ ਲੀਨੀਅਰ ਪੋਲੀਨੋਮੀਅਲ ਹੈ, ਉਹਨੂੰ ਅਸੀਂ 0 ਦੇ ਇਕੁਅਲ ਲਿਖ ਲਾਂਗੇ। ਅਸੀਂ ਟਰਨ ਵਾਈਜ਼ ਪਹਿਲਾਂ 4 ਨੂੰ ਉਧਰ ਸ਼ਿਫਟ ਕੀਤਾ, ਉਹ -4 ਹੋ ਗਿਆ। ਜਦੋਂ ਅਸੀਂ x ਦੀ ਵੈਲਿਊ ਫਾਈਂਡ ਕਰਾਂਗੇ ਉਹੀ ਇਹਦੀ ਸਿਫਰ ਹੋਏਗੀ। 9 ਹੇਠਾਂ ਚਲਾ ਗਿਆ ਯਾਨੀ ਕਿ -4/9। ਆਪਸ਼ਨ ਸੱਸਾ ਜਿਹੜੀ ਹੈਗੀ ਹੈ ਉਹ ਹੈ -4/9 ਸਹੀ ਜਵਾਬ ਹੈ। ਪ੍ਰਸ਼ਨ ਨੰਬਰ 1 ਦਾ ਹੀ ਭਾਗ ਨੰਬਰ 6 ਬਹੁਪਦ x³ ਕਿਸ ਤਰ੍ਹਾਂ ਦਾ ਹੈ, ਯਾਨੀ ਕਿ ਪੋਲੀਨੋਮੀਅਲ x³ ਦੀ ਟਾਈਪ ਕਿਹੜੀ ਹੈ। ਇੱਥੇ ਜਿਹੜੀਆਂ ਟਾਈਪਸ ਲਿਖੀਆਂ ਉਹਦੇ ਵਿੱਚ ਕੀ ਹੈ, ਇੱਕ ਪਦੀ ਜਿਹਨੂੰ ਅਸੀਂ ਮੋਨੋਮੀਅਲ ਕਹਿੰਦੇ ਆ, 2 ਪਦੀ ਜਿਹਨੂੰ ਅਸੀਂ ਬਾਈਨੋਮੀਅਲ ਕਹਿੰਦੇ ਆ, 3 ਪਦੀ ਜਿਹਨੂੰ ਟ੍ਰਾਈਨੋਮੀਅਲ ਕਹਿੰਦੇ ਆ, ਤੇ ਇਹਨਾਂ ਵਿੱਚੋਂ ਕੋਈ ਵੀ ਨਹੀਂ, ਇਹਦਾ ਮਤਲਬ ਨਨ ਆਫ ਦੀਜ਼। ਪਿਆਰੇ ਵਿਦਿਆਰਥੀਓ ਇੱਕੋ ਹੀ ਭਾਗ ਹੈ ਤੇ ਘਾਤਾਂ ਵਾਲੀਆਂ ਟਾਈਪ ਨਹੀਂ ਲਿਖੀਆਂ, ਪਦਾਂ ਵਾਲੀਆਂ ਟਾਈਪ ਯਾਨੀ ਕਿ ਕਿੰਨੇ ਪਾਰਟ ਵਾਲੀ ਹੈ। ਮੋਨੋਮੀਅਲ ਹੈ ਇੱਕ ਪਦੀ, ਜਿਹੜੀ ਇੱਕ ਪਦੀ ਦੀ ਅੰਗਰੇਜ਼ੀ ਹੁੰਦੀ ਹੈ ਮੋਨੋਮੀਅਲ। x³ ਇਜ਼ ਅ ਮੋਨੋਮੀਅਲ। ਨੈਕਸਟ ਪਾਰਟ 7th √13 + √7 ਇੱਕ ਬ੍ਰੈਕਟ 'ਚ ਬਣਦਾ ਹੈ। ਸੈਕਿੰਡ ਜਿਹੜੀ ਬ੍ਰੈਕਟ ਹੈ ਉਹਦੇ ਵਿੱਚ √13 - √7 ਇਹਦੀ ਵੈਲਿਊ ਫਾਈਂਡ ਕਰਨੀ ਹੈ। ਪਰ ਵਿਦਿਆਰਥੀਓ a + b × a - b ਵਾਲਾ ਇੱਥੇ ਸੂਤਰ ਜਿਹੜਾ ਕਿ ਫਾਰਮੂਲਾ ਅਪਲਾਈ ਹੋਏਗਾ ਤਾਂ ਉਹਦੇ ਨਾਲ ਕੀ ਆਂਸਰ ਹੁੰਦਾ ਹੈ, a² ਕੀ ਹੈ √13², ਤਾਂ √13 ਦਾ ਸਕੁਅਰ ਹੋਏਗਾ ਕੰਪਲੀਟ 30। ਫਿਰ ਫਾਰਮੂਲੇ ਅਨੁਸਾਰ -b² ਕੀ ਹੈ √7² ਉਹ ਕੀ ਹੋ ਜਾਏਗਾ -7। ਤਾਂ 13 - 7 ਇਜ਼ +6। ਈਡੀ ਆਪਸ਼ਨ ਹੈ ਜਿਹੜੀ ਇਹ ਸਹੀ ਜਵਾਬ ਹੈ। ਇਸੇ ਹੀ ਪ੍ਰਸ਼ਨ ਦਾ ਭਾਗ 8ਵਾਂ ਬਿੰਦੂਆਂ 0,0 0,2 2,2 ਐਂਡ 2,0 ਮਿਲਾਉਣ ਤੇ ਕਿਹੜੀ ਆਕ੍ਰਿਤੀ ਪ੍ਰਾਪਤ ਹੁੰਦੀ ਹੈ। ਵਰਗ, ਆਇਤ, ਸਮਚਤੁਰਭੁਜ ਜਾਂ ਸਮਾਂਤਰ ਚਤੁਰਭੁਜ, ਯਾਨੀ ਕਿ ਸਕੁਅਰ, ਰੈਕਟੈਂਗਲ, ਰੋਮਬਸ ਔਰ ਪੈਰਲੋਗ੍ਰਾਮ। ਪਰ ਵਿਦਿਆਰਥੀਓ ਇੱਕ ਪ੍ਰੈਕਟੀਕਲ ਆਪਾਂ ਕੀਤਾ ਹੋਇਆ, ਇਹਦੇ ਤੋਂ ਤੁਹਾਨੂੰ ਬਿਲਕੁਲ ਕਲੀਅਰ ਸਮਝ ਆ ਜਾਏਗੀ। ਸਾਡੇ ਕੋਲੇ ਜੇ ਅਸੀਂ ਲੇਟਵਾਂ ਧੁਰਾ ਤੇ ਖੜਾ ਧੁਰਾ ਯਾਨੀ ਕਿ x ਐਕਸਿਸ ਤੇ y ਐਕਸਿਸ ਨੂੰ ਕਟਵਾਨੇ ਆ ਤਾਂ ਜਿੱਥੇ ਕਾਟ ਬਿੰਦੂ ਹੁੰਦਾ ਹੈ ਯਾਨੀ ਕਿ ਪੁਆਇੰਟ ਆਫ ਇੰਟਰਸੈਕਸ਼ਨ ਦੈਟ ਇਜ਼ ਕਾਲਡ ਓਰੀਜਨ,
ਇਹਦੇ ਜਿਹੜੇ ਕੋਆਰਡੀਨੇਟ ਹੁੰਦੇ ਆ ਉਹ 0,0 ਹੁੰਦੇ ਆ। ਤਾਂ ਸਾਡਾ ਪਹਿਲਾ ਪੁਆਇੰਟ ਹੈ ਜਿਹੜਾ 0,0 ਉਹ ਤਾਂ ਇੱਥੇ ਓਰੀਜਨ ਤੇ ਹੀ ਲਾਈ ਕਰਦਾ ਹੈ। 0,2 ਯਾਨੀ ਕਿ x ਦੀ ਵੈਲਿਊ 0, y ਦੀ 2, ਤਾਂ ਉਹ ਇੱਥੋਂ ਹੀ ਉੱਪਰ ਨੂੰ ਮੂਵ ਕਰਾਂਗੇ। ਆਹ ਵਾਲਾ ਸਾਡਾ ਪੁਆਇੰਟ ਹੋ ਗਿਆ 0,2। 2,2 ਇਹ ਰਾਈਟ ਹੈਂਡ ਤੇ ਵੀ 2 ਹੈ ਤੇ ਫਿਰ ਇੱਥੋਂ ਉੱਪਰ ਨੂੰ ਵੀ 2 ਜਾਣਾ। ਆਹ ਵਾਲਾ ਪੁਆਇੰਟ ਹੋ ਗਿਆ 2,2 ਐਂਡ ਦੈਨ ਐਂਡ ਤੇ 2,0 ਰਾਈਟ ਹੈਂਡ ਨੂੰ 2 ਜਾਣਾ ਬਟ ਹੋਰ ਕਿਸੇ ਪਾਸੇ ਨਹੀਂ ਜਾਣਾ ਕਿਉਂਕਿ ਕੋਆਰਡੀਨੇਟ 0 ਹੈ। ਜਦੋਂ ਇਹਨਾਂ ਨੂੰ ਅਸੀਂ ਕੰਟੀਨਿਊਟੀ ਦੇ ਵਿੱਚ ਇਸ ਤਰ੍ਹਾਂ ਮਿਲਾਉਣੇ ਆ ਤਾਂ ਸਾਨੂੰ ਸਕੁਅਰ ਪ੍ਰਾਪਤ ਹੁੰਦਾ ਹੈ, ਯਾਨੀ ਕਿ ਸਾਰੇ ਐਂਗਲ 90 ਦੇ ਆ ਤੇ ਇਹ ਜਿਹੜੀਆਂ ਸਟ੍ਰੇਟ ਲਾਈਨ ਦਾ ਸਾਰੀਆਂ ਇਹ ਸੇਮ ਸਾਈਜ਼ ਦੀਆਂ 2-2 ਯੂਨਿਟ ਦੀਆਂ, ਯਾਨੀ ਕਿ ਕਿਹੜੀ ਆਪਸ਼ਨ ਸਹੀ ਹੋਈ? ਊੜਾ ਆਪਸ਼ਨ, ਜਿਹਨੂੰ ਅਸੀਂ ਪੰਜਾਬੀ 'ਚ ਵਰਗ ਕਹਿੰਦੇ ਆ, ਅੰਗਰੇਜ਼ੀ 'ਚ ਕਹਿੰਦੇ ਆ ਸਕੁਅਰ। ਨੈਕਸਟ ਹੈ y ਧੁਰੇ ਤੋਂ ਬਿੰਦੂ P 3,4 ਦੀ ਲੇਟਵੀਂ ਦੂਰੀ। ਪਿਆਰੇ ਵਿਦਿਆਰਥੀਓ, ਸਾਨੂੰ ਪਤਾ ਹੈ x ਦੀ ਵੈਲਿਊ ਜਿਹੜੀ ਕਿ ਭੁਜ ਜਿਹੜਾ ਹੁੰਦਾ ਹੈ ਉਹ y ਧੁਰੇ ਤੋਂ ਦੂਰੀ ਹੀ ਹੁੰਦੀ ਹੈ। ਤਾਂ y ਧੁਰੇ ਤੋਂ ਦੂਰੀ ਕਿੰਨੀ ਹੋਗੀ? 3 ਇਕਾਈਆਂ। ਊੜਾ ਆਪਸ਼ਨ ਹੈ ਜਿਹੜੀ ਸਾਡੀ ਸਹੀ ਜਵਾਬ ਹੈ। ਕੁਐਸਚਨ ਨੰਬਰ 1 ਦਾ ਹੀ ਭਾਗ 10ਵਾਂ, ਸਮੀਕਰਨ x y = 0 ਦਾ ਆਲੇਖ ਕਿਸ ਬਿੰਦੂ ਵਿੱਚੋਂ ਲੰਘਦਾ ਹੈ? ਪਹਿਲਾਂ ਆਪਾਂ ਥੋੜਾ ਜਿਹਾ ਇਹਨੂੰ ਸਰਲ ਕਰਦੇ ਹਾਂ। x = ਜੇ ਮੈਂ y ਨੂੰ ਦੂਸਰੇ ਪਾਸੇ ਲੈ ਜਾ ਤਾਂ x = y ਬਣ ਗਿਆ। ਪਿਆਰੇ ਵਿਦਿਆਰਥੀਓ, ਹੁਣ ਇੱਥੇ ਇਹ ਹੋ ਗਿਆ, ਅਗਰ ਇਸ ਇਕੁਏਸ਼ਨ ਦਾ ਗ੍ਰਾਫ ਬਣੇਗਾ, ਜਿਹੜੀ ਵੈਲਿਊ x ਦੀ ਲੱਟ ਕਰਾਂਗੇ ਉਹ y ਦੀ ਬਣ ਜੂ, ਜਿਹੜੀ y ਦੀ ਲੱਟ ਕਰਾਂਗੇ ਉਹ x ਦੀ ਬਣ ਜੂ। ਕਹਿਣ ਦਾ ਮਤਲਬ ਇੱਥੇ ਬ੍ਰੈਕਟ ਦੇ ਵਿੱਚ ਭੁਜ ਤੇ ਕੋਟੀ ਇੱਕ ਸਮਾਨ ਰਹਿਣਗੇ। ਹੁਣ ਚਾਰੇ ਬ੍ਰੈਕਟਾਂ ਵਿੱਚੋਂ ਕਿੱਥੇ ਭੁਜ ਤੇ ਕੋਟੀ ਇੱਕ ਸਮਾਨ ਹੈ? 0,0 ਤੇ, ਯਾਨੀ ਕਿ ਸੱਸਾ ਆਪਸ਼ਨ ਹੈ ਜਿਹੜੀ ਲਾਸਟ ਆਪਸ਼ਨ ਹੈ, 4th ਆਪਸ਼ਨ ਸਹੀ ਜਵਾਬ ਹੈ। ਨੈਕਸਟ 11th, ਤ੍ਰਿਭੁਜ ਦਾ ਬਾਹਰੀ ਕੋਣ ਕਿਹੜੇ ਅੰਦਰਲੇ ਕੋਣਾਂ ਦੇ ਜੋੜ ਦੇ ਬਰਾਬਰ ਹੁੰਦਾ ਹੈ? ਯਾਨੀ ਕਿ ਐਕਸਟੀਰੀਅਰ ਐਂਗਲ ਆਫ ਅ ਟ੍ਰਾਇੰਗਲ ਇਜ਼ ਇਕੁਅਲ ਟੂ ਦਾ ਇੰਟੀਰੀਅਰ, ਕਿਹੜੇ ਆਪੋਜ਼ਿਟ ਇੰਟੀਰੀਅਰ ਐਂਗਲ ਅਦਰ ਦੈਨ ਦਾ ਐਡਜੈਸੈਂਟ, ਯਾਨੀ ਕਿ ਨਾਲ ਦੇ ਲਾਗਵੇਂ ਨੂੰ ਛੱਡ ਕੇ ਬਾਕੀ ਦੋ ਸਨਮੁਖ ਕੋਣਾਂ ਦੇ ਜਿਹੜੇ ਅੰਦਰੂਨੀ ਹੁੰਦੇ ਆ ਉਹਨਾਂ ਦੇ ਜੋੜ ਦੇ ਬਰਾਬਰ ਹੁੰਦਾ ਹੈ। ਤਾਂ ਇੱਥੇ ਸਾਡੇ ਕੋਲੇ ਆਪਸ਼ਨ ਨੇ ਊੜਾ ਅੰਦਰੂਨੀ ਸਨਮੁਖ ਕੋਣ, ਤੀਸਰਾ ਕੋਣ 60 ਡਿਗਰੀ, ਇਹਨਾਂ ਵਿੱਚੋਂ ਕੋਈ ਨਹੀਂ, ਯਾਨੀ ਕਿ ਤ੍ਰਿਭੁਜ ਦਾ ਬਾਹਰੀ ਕੋਣ ਅੰਦਰੂਨੀ ਸਨਮੁਖ ਕੋਣਾਂ ਦੇ ਬਰਾਬਰ ਹੁੰਦਾ, ਇਸ ਲਈ ਊੜਾ ਆਪਸ਼ਨ ਹੈ ਜਿਹੜੀ ਉਹ ਸਹੀ ਜਵਾਬ ਹੈ। ਇਸ ਤੋਂ ਅਗਲਾ 12ਵਾਂ ਭਾਗ ਹੈ ਸਮਭੁਜੀ ਤ੍ਰਿਭੁਜ ਦੇ ਹਰੇਕ ਕੋਣ ਦਾ ਮਾਪ ਕਿੰਨਾ ਹੁੰਦਾ ਹੈ? ਪਿਆਰੇ ਵਿਦਿਆਰਥੀਓ, ਸਮਭੁਜੀ ਦਾ ਮਤਲਬ ਸਾਰੀਆਂ ਭੁਜਾਵਾਂ ਸਮਾਨ। ਜੇ ਸਾਰੀਆਂ ਭੁਜਾਵਾਂ ਸਮਾਨ ਹੈ ਤਾਂ ਉਹਨਾਂ ਦੇ ਸਨਮੁਖ ਕੋਣ ਵੀ ਸਮਾਨ, ਤੇ ਉਹ ਤਿੰਨੇ ਕੋਣ ਸਮਾਨ ਹੈ ਤਾਂ 180 ਦੇ ਇੱਕੋ ਜੇ ਤਿੰਨ ਹਿੱਸੇ ਕਰਾਂਗੇ, ਤਿੰਨ ਤੇ ਵੰਡ ਕੇ ਤਾਂ 60 ਡਿਗਰੀ ਆਏਗਾ, ਯਾਨੀ ਕਿ ਆਪਸ਼ਨ ਜਿਹੜੀ ਹੈਗੀ ਹੈ ਈਡੀ ਹੈ ਉਹ ਸਹੀ ਜਵਾਬ ਹੈ। ਨੈਕਸਟ, ਕਿੰਨੇ ਅਸਮਰੇਖੀ ਬਿੰਦੂਆਂ ਵਿੱਚੋਂ ਸਿਰਫ ਇੱਕ ਹੀ ਚੱਕਰ ਖਿੱਚਿਆ ਜਾ ਸਕਦਾ ਹੈ? ਪਿਆਰੇ ਵਿਦਿਆਰਥੀਓ, 3 ਅਸਮਰੇਖੀ ਬਿੰਦੂਆਂ ਵਿੱਚੋਂ ਇੱਕ ਅਤੇ ਕੇਵਲ ਇੱਕ ਹੀ ਚੱਕਰ ਖਿੱਚਿਆ ਜਾ ਸਕਦਾ ਹੈ, ਯਾਦ ਰੱਖਣਾ। ਇਸੇ ਹੀ ਪ੍ਰਸ਼ਨ ਦਾ ਭਾਗ 14ਵਾਂ, ਵਰਗ 150 ਤੋਂ 160, ਇੱਥੇ ਵਰਗ ਅੰਤਰਾਲ ਲਿਖ ਦਿੰਦੇ ਤੇ ਉਹਦਾ ਵਰਗ ਚਿੰਨ੍ਹ ਆਪਾਂ ਪਤਾ ਕਰਨਾ। ਜਦੋਂ ਸਾਡੇ ਕੋਲੇ ਅੰਕੜਾ ਵਿਗਿਆਨ ਦੇ ਵਿੱਚ ਇਸ ਤਰ੍ਹਾਂ ਦੀ ਵਰਗ ਅੰਤਰਾਲਾਂ ਵਾਲੀ ਸਾਰਨੀ ਹੋਵੇ, ਇਹਨੂੰ ਅਸੀਂ ਹੇਠਲੀ ਸੀਮਾ ਕਹਿੰਦੇ ਆ, ਇਸ ਨੂੰ ਅਸੀਂ ਵਰਗ ਦੀ ਉੱਪਰਲੀ ਸੀਮਾ ਕਹਿੰਦੇ ਆ। ਜਦੋਂ ਅਸੀਂ ਇਹਨਾਂ ਦਾ ਵਰਗ ਚਿੰਨ੍ਹ ਪਤਾ ਕਰਨਾ ਹੋਵੇ, ਦੋਨਾਂ ਦਾ ਜੋੜ ਕਰੋ ਤੇ ਉਹਨੂੰ 2 ਤੇ ਵੰਡ ਦਿਓ ਤਾਂ ਸਾਨੂੰ ਵਰਗ ਚਿੰਨ੍ਹ ਪ੍ਰਾਪਤ ਹੋ ਜਾਊਗਾ। ਯਾਨੀ ਕਿ 150 ਦੇ ਵਿੱਚ ਜੇ 160 ਜੋੜੋਗੇ 0 6 5 11 1 1 2 310, 310 ਨੂੰ ਤੁਸੀਂ 2 ਤੇ ਵੰਡੋਗੇ, 2 15 30, 2 5 10, ਯਾਨੀ ਕਿ ਇਸ ਦਾ ਵਰਗ ਚਿੰਨ੍ਹ ਹੋਏਗਾ 155। ਆਪਾਂ ਵੇਖਦੇ ਹਾਂ ਦੂਸਰੇ ਪਾਸੇ ਆਪਸ਼ਨ ਜਿਹੜੀ ਹੈ ਇਹਦੀ, ਤੇ ਤੁਸੀਂ ਵੇਖ ਸਕਦੇ ਹੋ ਊੜਾ 145, ਆੜਾ 310, ਫਿਰ 10 ਤੇ ਜਿਹੜੀ ਸੱਸਾ ਆਪਸ਼ਨ ਹੈ 155, ਯਾਨੀ ਕਿ 150 ਇਹਦਾ ਸਹੀ ਜਵਾਬ ਹੈ। ਪ੍ਰਸ਼ਨ ਨੰਬਰ 1 ਦਾ ਹੀ ਭਾਗ 15ਵਾਂ, ਇੱਕ ਚਤੁਰਭੁਜ ਦੇ 3 ਕੋਣ 75 ਡਿਗਰੀ 90 ਡਿਗਰੀ 75 ਡਿਗਰੀ ਹਨ, ਚੌਥਾ ਕੋਣ ਪਤਾ ਕਰੋ। ਸਾਨੂੰ ਇਸ ਗੱਲ ਦਾ ਪਤਾ ਹੈ ਕਿ ਚਾਰੇ ਕੋਣਾਂ ਦਾ ਜੋੜ ਜਿਹੜਾ ਅੰਦਰੂਨੀ ਕੋਣਾਂ ਦਾ ਜੋੜ ਆ ਉਹ 360 ਡਿਗਰੀ ਹੁੰਦਾ ਹੈ। ਤਿੰਨਾਂ ਨੂੰ ਜੋੜੋ, 360 ਚੋਂ ਮਾਈਨਸ ਕਰੋ, ਸਾਡੇ ਕੋਲੇ ਚੌਥਾ ਕੋਣ ਆ ਜਾਏਗਾ। ਤਿੰਨਾਂ ਦਾ ਜੋੜ ਕਿੰਨਾ ਹੋਏਗਾ? 75 75 150 ਤੇ 90 240, ਯਾਨੀ ਕਿ 360 ਚੋਂ ਅਸੀਂ ਜੇ 240 ਮਾਈਨਸ ਕਰਾਂਗੇ 120, ਸੱਸਾ ਆਪਸ਼ਨ ਹੈ ਜਿਹੜੀ ਉਹ ਸਾਡਾ ਸਹੀ ਜਵਾਬ ਹੈ। ਕੁਐਸਚਨ ਨੰਬਰ 1 ਦਾ ਭਾਗ 16ਵਾਂ, ਕਿਸੇ ਜਮਾਤ ਦੇ 20 ਵਿਦਿਆਰਥੀਆਂ ਦੇ ਅੰਕ 10 ਵਿੱਚੋਂ ਹੈ ਉਹ ਹੇਠਾਂ ਦਿੱਤੇ ਗਏ ਹਨ, ਤਾਂ ਕਿਸੇ ਦੇ 9, ਕਿਸੇ ਦੇ 6, ਕਿਸੇ ਦੇ 9, ਇਸ ਤਰ੍ਹਾਂ ਕਰਕੇ ਇਹ 20 ਵਿਦਿਆਰਥੀਆਂ ਦੇ ਅੰਕਾਂ ਦੀ ਸੂਚੀ ਹੈ। ਹੁਣ ਜਿਹੜੇ ਅੰਕ ਬਹੁਤੇ ਵਾਰੀ ਆਏ ਨੇ ਉਹ ਅੰਕ ਹੀ ਬਹੁ ਅੰਕ ਅੰਕੜਾ ਹੁੰਦਾ ਹੈ। ਤੇ ਇੱਥੇ ਕੀ ਹੈ, ਜੇ ਆਪਾਂ ਪਹਿਲੇ ਤੋਂ ਦੇਖੀਏ 9 1 ਵਾਰੀ, 9 2 ਵਾਰੀ,
9 3 ਵਾਰੀ, 9 4 ਵਾਰੀ ਤੇ 9 5 ਵਾਰੀ। ਪਿਆਰੇ ਵਿਦਿਆਰਥੀਓ, ਬਾਕੀ ਸਾਰੇ ਅੰਕਾਂ ਨੂੰ ਤੁਸੀਂ ਧਿਆਨ ਨਾਲ ਵੇਖੋ। ਮੈਨੂੰ ਲੱਗਦਾ ਹੈ ਕਿ ਇਹ 9 ਹੀ ਅਜਿਹਾ ਅੰਕ ਹੈ ਜਿਹੜਾ ਸਭ ਤੋਂ ਵੱਧ ਵਾਰੀ ਆਇਆ, ਜਿਵੇਂ ਕਿ 6 ਇੱਕ ਵਾਰੀ ਹੈ, 2 ਵਾਰੀ ਹੈ, ਉਸ ਤੋਂ ਬਾਅਦ 6 3 ਵਾਰੀ, ਇਵੇਂ ਤੁਸੀਂ 3 ਇੱਕ ਵਾਰੀ, ਉਸ ਤੋਂ ਬਾਅਦ 2 ਵਾਰੀ, ਕੁੱਲ ਮਿਲਾ ਕੇ 9 ਹੀ ਇੱਥੇ ਜੇ ਪੂਰਾ ਧਿਆਨ ਨਾਲ ਤੁਸੀਂ ਕਰੋਗੇ ਚੈੱਕ ਕਰਕੇ 9 ਹੀ ਬਹੁਲਕ ਹੋਏਗਾ। ਆੜਾ ਜਿਹੜਾ ਵਿਕਲਪ ਹੈ ਉਹ ਸਹੀ ਜਵਾਬ ਹੈ। ਪ੍ਰਸ਼ਨ ਨੰਬਰ 2 ਤੇ ਪਹੁੰਚ ਗਏ ਹਾਂ। ਇਸ ਪ੍ਰਸ਼ਨ ਦੇ ਸਾਰੇ ਭਾਗਾਂ ਦੇ ਵਿੱਚ ਅਸੀਂ ਸਹੀ ਜਾਂ ਗਲਤ ਇੱਕ ਆਪਸ਼ਨ ਦੀ ਚੋਣ ਕਰਨੀ ਹੈ। ਪਹਿਲਾ ਭਾਗ ਹੈਗਾ ਘਟਨਾ ਈ ਦੀ ਸੰਭਾਵਨਾ, ਯਾਨੀ ਕਿ ਕੋਈ ਈਵੈਂਟ ਹੋਣ ਦੀ ਸੰਭਾਵਨਾ ਤੇ ਉਸੇ ਹੀ ਈਵੈਂਟ ਨਾ ਹੋਣ ਦੀ ਸੰਭਾਵਨਾ। ਦੋਹਾਂ ਦਾ ਅਗਰ ਜੋੜਫਲ ਕਰੀਏ ਤਾਂ ਉਹ 1 ਹੁੰਦਾ ਹੈ। ਇਹਨਾਂ ਨੇ 1 ਲਿਖਿਆ ਹੈ, ਇਹ ਸਹੀ ਜਵਾਬ ਹੈ। ਨੈਕਸਟ ਦੂਸਰਾ ਭਾਗ, 2 ਚੱਲਾਂ ਵਾਲੇ ਰੇਖੀ ਸਮੀਕਰਨ ਦੇ ਆਲੇਖ ਤੇ ਸਥਿਤ ਹਰ ਬਿੰਦੂ ਰੇਖੀ ਸਮੀਕਰਨ ਦਾ ਹੱਲ ਹੁੰਦਾ ਹੈ। ਪਿਆਰੇ ਵਿਦਿਆਰਥੀਓ, ਜਦੋਂ ਆਪਾਂ 2 ਚੱਲਾਂ ਵਾਲੀ ਰੇਖੀ ਸਮੀਕਰਨ ਦਾ ਗ੍ਰਾਫ ਬਣਾਉਣੇ ਆ, ਬਿਲਕੁਲ ਸਹੀ ਆ, ਉਸ ਗ੍ਰਾਫ ਲਾਈਨ ਦੇ ਉੱਤੇ ਸਥਿਤ ਹਰੇਕ ਬਿੰਦੂ ਉਸ 2 ਚੱਲਾਂ ਵਾਲੇ ਰੇਖੀ ਸਮੀਕਰਨ ਦਾ ਹੱਲ ਹੁੰਦਾ ਹੈ। ਬਿਲਕੁਲ ਸਹੀ ਹੈ। ਨੈਕਸਟ, ਗੋਲੇ ਦੀ ਸਤਹ ਦਾ ਖੇਤਰਫਲ 4 ਪਾਈ ਆਰ ਸਕੁਅਰ। ਬਿਲਕੁਲ ਸਹੀ ਹੈ, ਤੁਸੀਂ ਸਾਰੇ ਸੂਤਰ ਜਾਣਦੇ ਹੋ। ਗੋਲੇ ਦੀ ਸਤਹ ਦਾ ਖੇਤਰਫਲ, ਹੁਣ ਇੱਥੇ ਯਾਦ ਰੱਖਣਾ ਹੈ ਕਿ ਇਸ ਨਮੂਨੇ ਦੇ ਪ੍ਰਸ਼ਨ ਪੱਤਰ ਵਿੱਚ ਤਾਂ ਗੋਲੇ ਦੀ ਸਤਹ ਦਾ ਖੇਤਰਫਲ ਹੈ, ਪਰ ਉੱਥੇ ਜਿਹੜਾ ਹੈਗਾ ਪੇਪਰ ਦੇ ਵਿੱਚ ਅਰਧ ਗੋਲੇ ਦੀ ਵੀ ਆ ਸਕਦੇ ਆ। ਤੇ ਜੇ ਅਰਧ ਗੋਲਾ ਖੋਖਲਾ ਹੋਵੇ, ਉਹਦੀ ਵਕਰ ਸਤਹ ਕਿਆ ਹੋਵੇ, ਤਾਂ ਅਰਧ ਗੋਲੇ ਦੀ ਵਕਰ ਸਤਹ ਦਾ ਖੇਤਰਫਲ 2 ਪਾਈ ਆਰ ਦੀ ਘਾਤ 2 ਹੈ। ਪਰ ਜੇ ਅਰਧ ਗੋਲਾ ਠੋਸ ਹੋਵੇ, ਉਹਦੇ ਉੱਪਰ ਚੱਕਰ ਹੋਵੇ, ਬੰਦ ਹੋਵੇ ਉਹ, ਤਾਂ ਉਹੀ ਸਤਹ ਦਾ ਖੇਤਰਫਲ ਯਾਨੀ ਕਿ ਕੁੱਲ ਸਤਹ ਦਾ ਖੇਤਰਫਲ ਬਣ ਜਾਊਗਾ ਅਰਧ ਗੋਲੇ ਦਾ ਢੱਕਣ ਸਮੇਤ ਵਕਰ ਸਤਹ 3 ਪਾਈ ਆਰ ਦੀ 2। ਤਾਂ ਇੱਥੋਂ ਤੁਸੀਂ ਯਾਦ ਰੱਖਿਓ, ਗੋਲੇ ਨਾਲ ਸੰਬੰਧਿਤ 3 ਤਰ੍ਹਾਂ ਦੀ ਸਤਹ ਦਾ ਖੇਤਰਫਲ ਹੋ ਸਕਦੇ ਆ। ਇੱਕ ਪੂਰੇ ਗੋਲੇ ਦੀ 4 ਪਾਈ ਆਰ ਦੀ 2, ਇੱਕ ਅੱਧੇ ਗੋਲੇ ਦੀ ਵਕਰ ਸਤਹ ਜਿਹੜੀ ਬਾਹਰੋਂ 2 ਵਾਰੀ ਪਾਈ ਆਰ ਦੀ 2, ਤੇ ਅੱਧਾ ਗੋਲਾ ਠੋਸ ਹੋਵੇ, ਬੰਦ ਹੋਵੇ, ਤਾਂ ਉਹ ਹੋਏਗੀ 3 ਵਾਰੀ ਪਾਈ ਆਰ ਦੀ 2। ਇਸ ਤੋਂ ਅਗਲਾ ਚੌਥਾ ਭਾਗ, ਏ ਭੁਜਾ ਵਾਲੇ ਸਮਭੁਜੀ ਤ੍ਰਿਭੁਜ ਦਾ ਖੇਤਰਫਲ। ਇਹ ਕੀ ਹੁੰਦਾ ਹੈ? ਵਰਗਮੂਲ 3/4 ਏ ਦੀ 2। ਤਾਂ ਇੱਥੇ ਉਹਨਾਂ ਨੇ ਲਿਖਿਆ ਇਕੱਲਾ ਵਰਗਮੂਲ 3 ਏ ਦੀ 2, ਬਟਿਆਂ 'ਚ 4 ਨਹੀਂ ਆਇਆ, ਇਸ ਕਰਕੇ ਇਸ ਨੂੰ ਅਸੀਂ ਗਲਤ ਕਵਾਂਗੇ। ਗਲਤ ਤੇ ਅਸੀਂ ਨਿਸ਼ਾਨੀ ਲਗਾ ਦਿੱਤੀ ਹੈ। ਨੈਕਸਟ ਪੰਜਵਾਂ, ਚੱਕਰ ਦਾ ਕੇਂਦਰ ਚੱਕਰ ਦੇ ਬਾਹਰੀ ਭਾਗ ਵਿੱਚ ਸਥਿਤ ਹੁੰਦਾ ਹੈ। ਪਿਆਰੇ ਵਿਦਿਆਰਥੀਓ, ਬਿਲਕੁਲ ਗਲਤ। 6ਵੀਂ ਦੇ ਬੱਚੇ ਨੂੰ ਵੀ ਪਤਾ ਹੈ ਵੀ ਚੱਕਰ ਦਾ ਕੇਂਦਰ ਹਮੇਸ਼ਾ ਚੱਕਰ ਦੇ ਅੰਦਰੂਨੀ ਭਾਗ 'ਚ ਸਥਿਤ ਹੁੰਦਾ ਹੈ। ਨੈਕਸਟ ਭਾਗ ਨੰਬਰ 6, ਲੇਟਵੀਂ ਰੇਖਾ ਨੂੰ ਐਕਸ ਧੁਰਾ ਤੇ ਖੜਵੀਂ ਰੇਖਾ ਨੂੰ ਵਾਈ ਧੁਰਾ, ਯਾਨੀ ਕਿ ਲੇਟਵੀਂ ਨੂੰ ਆਪਾਂ ਅੰਗਰੇਜ਼ੀ 'ਚ ਐਕਸ ਐਕਸਿਸ ਤੇ ਖੜਵੀਂ ਨੂੰ ਅਸੀਂ ਵਾਈ ਐਕਸਿਸ ਕਹਿੰਦੇ ਆ। ਬਿਲਕੁਲ ਸਹੀ ਹੈ, ਸਹੀ ਤੇ ਹੀ ਟਿਕ ਲਗਾਈ ਜਾਏਗੀ। ਸਮਕੋਣ ਤ੍ਰਿਭੁਜ ਵਿੱਚ ਲੰਬ ਸਭ ਤੋਂ ਲੰਬੀ ਭੁਜਾ ਹੁੰਦਾ ਹੈ। ਬਿਲਕੁਲ ਗਲਤ ਹੈ, ਕਰਨ ਸਭ ਤੋਂ ਲੰਬੀ ਭੁਜਾ ਹੁੰਦਾ ਹੈ। ਇਸ ਕਰਕੇ ਆਪਾਂ ਇੱਥੇ ਗਲਤ ਤੇ ਟਿਕ ਲਗਾਵਾਂਗੇ, 1 ਨੰਬਰ ਤਾਂ ਪ੍ਰਾਪਤ ਹੋਏਗਾ। ਪ੍ਰਸ਼ਨ ਨੰਬਰ 2 ਦਾ ਹੀ ਭਾਗ ਆਖਰੀ 8ਵਾਂ, ਘਣਾਵ ਦੀ, ਇੱਥੇ ਕੁੱਲ ਲਿਖਿਆ ਹੁੰਦਾ ਜ਼ਿਆਦਾ ਵਧੀਆ ਸੀ, ਚਲੋ ਸਤਹ ਲਿਖਤਾ ਹੈ। ਸਤਹ ਦਾ ਖੇਤਰਫਲ ਹੁੰਦਾ ਹੈ 2 ਬ੍ਰੈਕਟ 'ਚ LB ਜੋੜ BH ਜੋੜ HL। ਇੱਥੇ ਗੱਲ ਕੀ ਹੈ, ਆ ਮਾਈਨਸ ਲਿਖਿਆ ਪਿਆ, ਤਾਂ ਇਸ ਕਰਕੇ ਇਸ ਨੂੰ ਆਪਾਂ ਸਹੀ ਨਹੀਂ ਕਹਾਂਗੇ, ਕਿਉਂਕਿ ਘਣਾਵ ਦੀ ਸਤਹ ਦਾ ਖੇਤਰਫਲ 6 ਪਾਸਿਆਂ ਦਾ ਖੇਤਰਫਲ ਹੁੰਦਾ ਹੈ। 2 ਪਾਸੇ L ਗੁਣਾ B ਵਾਲੇ ਹੁੰਦੇ ਆ, 2 ਪਾਸੇ B ਗੁਣਾ H ਵਾਲੇ, ਤੇ 2 ਪਾਸੇ H ਗੁਣਾ L ਵਾਲੇ। ਫਿਰ ਉਹਨਾਂ ਚੋਂ 2 ਸਾਂਝਾ ਬਾਹਰ ਕੱਢ ਲਿਆ ਜਾਂਦਾ, ਪਰ ਉਹਨਾਂ ਦਾ ਜੋੜ ਕਰਕੇ ਹੀ ਸਤਹ ਦਾ ਖੇਤਰਫਲ ਬਣਦਾ ਹੈ। ਇੱਥੇ ਮਾਈਨਸ ਦਾ ਚਿੰਨ੍ਹ ਹੈ, ਇਸ ਕਰਕੇ ਆਪਾਂ ਇਸ ਨੂੰ ਗਲਤ ਕਹਾਂਗੇ। ਪ੍ਰਸ਼ਨ ਨੰਬਰ 3, ਖਾਲੀ ਸਥਾਨ ਭਰੋ। ਇਹਦੇ ਵੀ 8 ਭਾਗ ਨੇ। ਪਹਿਲਾ ਭਾਗ, ਛੇਦਕ ਰੇਖਾ ਦੇ ਸਮਾਨਾਂਤਰ ਸਪਰਸ਼ ਰੇਖਾਵਾਂ ਦੀ ਗਿਣਤੀ ਡੈਸ਼ ਹੁੰਦੀ ਹੈ। ਪ੍ਰੈਕਟੀਕਲ ਕਰਕੇ ਵੇਖੋ, ਸਾਡੇ ਕੋਲੇ ਇੱਕ ਇਹ ਚੱਕਰ ਹੈ, ਉਹਦੀ ਇਹ ਛੇਦਕ ਰੇਖਾ ਜਿਹਨੂੰ ਸੀਕੈਂਟ ਕਹਿੰਦੇ ਆ, ਜਿਹੜਾ ਕੱਟ ਕੇ ਲੰਘਦਾ 2 ਥਾਂ ਤੇ। ਹੁਣ ਇਹਦੇ ਸਮਾਨਾਂਤਰ ਸਪਰਸ਼ ਰੇਖਾ ਜਾਂਦਾ ਇਧਰੋਂ ਸਪਰਸ਼ ਹੋ ਕੇ ਲੰਘੂ ਜਾਂ ਇਧਰੋਂ ਸਪਰਸ਼ ਹੋ ਕੇ, ਉਹਨਾਂ ਦੀ ਗਿਣਤੀ 2 ਤੋਂ ਵੱਧ ਹੋ ਨਹੀਂ ਸਕਦੀ। ਇਸ ਕਰਕੇ ਇੱਥੇ ਗਿਣਤੀ ਕਿੰਨੀ ਹੋਊਗੀ? 2। ਨੈਕਸਟ, ਤ੍ਰਿਭੁਜ ਦੀਆਂ ਕਿਸੇ 2 ਭੁਜਾਵਾਂ ਦਾ ਅੰਤਰ ਤੀਜੀ ਭੁਜਾ ਤੋਂ ਡੈਸ਼ ਹੁੰਦਾ ਹੈ। ਪਿਆਰੇ ਵਿਦਿਆਰਥੀਓ, ਤੁਸੀਂ ਸੁਣਿਆ ਹੋਣਾ ਹੈ, ਤ੍ਰਿਭੁਜ ਦੀਆਂ 2 ਭੁਜਾਵਾਂ ਦਾ ਜੋੜ ਹਮੇਸ਼ਾ ਤੀਜੀ ਨਾਲੋਂ ਵੱਡਾ ਹੁੰਦਾ ਹੈ।
ਪਰ ਜੇ ਦੋ ਭੁਜਾਵਾਂ ਦਾ ਅੰਤਰ ਕਹਿ ਦਈਏ ਫਿਰ ਤੀਜੀ ਨਾਲੋਂ ਛੋਟਾ ਹੁੰਦਾ ਹੈ। ਤਾਂ ਇੱਥੇ ਕੀ ਸਹੀ ਹੋਏਗਾ? ਤ੍ਰਿਭੁਜ ਦੀਆਂ ਕਿਸੇ ਦੋ ਭੁਜਾਵਾਂ ਦਾ ਅੰਤਰ ਤੀਜੀ ਭੁਜਾ ਤੋਂ ਹਮੇਸ਼ਾ ਛੋਟਾ ਹੁੰਦਾ ਹੈ। ਨੈਕਸਟ, ਸੰਭਾਵਨਾ ਹਮੇਸ਼ਾ ਡੈਸ਼ ਅਤੇ ਡੈਸ਼ ਵਿਚਕਾਰ ਹੁੰਦੀ ਹੈ। ਸੰਭਾਵਨਾ ਹਮੇਸ਼ਾ 0 ਅਤੇ 1 ਦੇ ਵਿਚਕਾਰ ਹੁੰਦੀ ਹੈ। ਨੈਕਸਟ, ਆਇਤ, ਵਰਗ ਅਤੇ ਚੱਕਰ ਦੀਆਂ ਜਾਂ ਆਦਿ ਦੀਆਂ ਡੈਸ਼ ਆਕ੍ਰਿਤੀਆਂ ਹੁੰਦੀਆਂ ਹਨ। ਪਿਆਰੇ ਵਿਦਿਆਰਥੀਓ, ਕੁਝ ਹੁੰਦੀਆਂ ਦੋ ਪਸਾਰੀ ਆਕ੍ਰਿਤੀਆਂ ਤੇ ਕੁਝ ਆਕ੍ਰਿਤੀਆਂ ਨੂੰ ਅਸੀਂ ਕਹਿੰਦੇ ਹਾਂ ਤਿੰਨ ਪਸਾਰੀ ਆਕ੍ਰਿਤੀਆਂ। ਜਿਹੜੀ ਆਇਤ ਹੈ ਇਹ ਦੋ ਪਸਾਰੀ ਹੈ, ਵਰਗ ਵੀ ਦੋ ਪਸਾਰੀ ਹੈ, ਚੱਕਰ ਵੀ ਦੋ ਪਸਾਰੀ ਹੈ, ਤਾਂ ਇਹਨਾਂ ਨੂੰ ਅਸੀਂ ਕਵਾਂਗੇ 2D ਜਾਂ ਦੋ ਪਸਾਰੀ। ਇਹਨੂੰ ਅੰਗਰੇਜ਼ੀ 'ਚ 2D ਕਹਿੰਦੇ ਆ ਤੇ ਪੰਜਾਬੀ 'ਚ ਅਸੀਂ ਕਵਾਂਗੇ ਦੋ ਪਸਾਰੀ ਆਕ੍ਰਿਤੀਆਂ ਹੁੰਦੀਆਂ ਹਨ। ਨੈਕਸਟ, ਉਹ ਰੇਖਾਵਾਂ ਜੋ ਇੱਕ ਹੀ ਰੇਖਾ ਦੇ ਸਮਾਂਤਰ ਹੁੰਦੀਆਂ ਹਨ ਉਹ ਆਪਸ ਵਿੱਚ ਵੀ ਸਮਾਂਤਰ ਹੁੰਦੀਆਂ ਹਨ। ਇਹ ਗੱਲ ਯਾਦ ਰੱਖਿਓ, ਜੇ ਦੋ ਰੇਖਾਵਾਂ ਕਿਸੇ ਇੱਕ ਤੀਜੀ ਦੇ ਸਮਾਨਾਂਤਰ ਹੋਣ ਤਾਂ ਉਹ ਆਪਸ ਵਿੱਚ ਹੀ ਜ਼ਰੂਰ ਹੀ ਸਮਾਨਾਂਤਰ ਹੋਣਗੀਆਂ। ਅਗਲਾ ਭਾਗ ਹੈ, ਇੱਕ ਤ੍ਰਿਭੁਜ ਵਿੱਚ ਵੱਧ ਤੋਂ ਵੱਧ ਇੱਕ ਡੈਸ਼ ਕੋਣ ਹੋ ਸਕਦਾ ਹੈ। ਪਿਆਰੇ ਵਿਦਿਆਰਥੀਓ, ਇੱਥੇ ਦੋ ਚੀਜ਼ਾਂ ਤੁਸੀਂ ਭਰ ਸਕਦੇ ਹੋ। ਕਿਸੇ ਵੀ ਤ੍ਰਿਭੁਜ ਵਿੱਚ ਸਮਕੋਣ ਦੀ ਗੱਲ ਕਰੀਏ ਉਹ ਵੀ ਇੱਕ ਹੀ ਹੋ ਸਕਦਾ ਹੈ। ਜੇ ਅਧਿਕ ਕੋਣ ਦੀ ਗੱਲ ਕਰੀਏ ਤਾਂ ਕਿਸੇ ਤ੍ਰਿਭੁਜ ਵਿੱਚ ਅਧਿਕ ਕੋਣ ਵੀ ਕੇਵਲ ਇੱਕ ਹੀ ਹੋ ਸਕਦਾ ਹੈ। ਹਾਂ, ਨਿਊਣ ਕੋਣ ਤਿੰਨੇ ਹੀ ਹੋ ਸਕਦੇ ਹਨ। ਤਾਂ ਪਿਆਰੇ ਵਿਦਿਆਰਥੀਓ, ਇੱਥੇ ਆਪਣੇ ਕੋਲੇ ਹੈ ਉਹ ਇੱਕ ਤ੍ਰਿਭੁਜ ਵਿੱਚ ਵੱਧ ਤੋਂ ਵੱਧ ਇੱਕ, ਭਾਵੇਂ ਤੁਸੀਂ ਲਿਖ ਦਿਓ ਸਮਕੋਣ ਤੇ ਭਾਵੇਂ ਲਿਖ ਦਿਓ ਇੱਕ ਹੀ ਅਧਿਕ ਕੋਣ, ਦੋਹਾਂ ਵਿੱਚੋਂ ਕੋਈ ਇੱਕ ਆਪਸ਼ਨ ਭਰ ਦਿਓ, ਤੁਹਾਨੂੰ ਅੰਕ ਪ੍ਰਾਪਤ ਹੋ ਜਾਣਗੇ। ਨੈਕਸਟ, ਭਾਗ ਨੰਬਰ 7, ਇੱਕ ਅਰਧ ਚੱਕਰ ਦਾ ਕੋਣ ਸਮਕੋਣ ਹੁੰਦਾ ਹੈ। ਪਿਆਰੇ ਵਿਦਿਆਰਥੀਓ, ਅਰਧ ਚੱਕਰ ਵਿੱਚ ਬਣਿਆ ਕੋਣ ਹਮੇਸ਼ਾ ਸਮਕੋਣ ਹੁੰਦਾ ਹੈ, ਯਾਦ ਰੱਖਿਓ। ਆਖਰੀ ਪ੍ਰਸ਼ਨ, ਇਸ 3 ਨੰਬਰ ਪ੍ਰਸ਼ਨ ਦਾ ਆਖਰੀ ਭਾਗ, ਸ਼ੰਕੂ ਦੀ ਵਕਰ ਸਤ੍ਹਾ ਦਾ ਖੇਤਰਫਲ ਯਾਨੀ ਕਿ ਕਰਵਡ ਸਰਫੇਸ ਏਰੀਆ ਆਫ ਕੋਨ ਉਹ ਪੁੱਛਿਆ ਗਿਆ ਹੈ। ਉਹਦੇ ਫਾਰਮੂਲੇ ਦੀ ਗੱਲ ਕਰਾਂਗੇ, πr/l। l ਕੀ ਹੈ? ਇਹ ਸਾਡੀ ਤਿਰਛੀ ਉਚਾਈ ਹੁੰਦੀ ਹੈ। ਇਸ ਦੇ ਨਾਲ ਹੀ ਪਿਆਰੇ ਵਿਦਿਆਰਥੀਓ, ਇਸ ਨਮੂਨੇ ਦੇ ਪ੍ਰਸ਼ਨ ਪੱਤਰ ਦੇ ਇੱਕ ਅੰਕਾਂ ਵਾਲੇ ਪ੍ਰਸ਼ਨਾਂ ਦੀ ਇੱਥੇ ਸਮਾਪਤੀ ਹੁੰਦੀ ਹੈ। ਭਾਗ ਆੜਾ ਦੇ ਪ੍ਰਸ਼ਨਾਂ ਵਾਸਤੇ ਇੰਤਜ਼ਾਰ ਕਰੋ। ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਹੈ ਬਹੁਤ ਵਧੀਆ ਗੱਲ ਹੈ, ਬਾਕੀ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਇਹਨਾਂ ਵੀਡੀਓਜ਼ ਦਾ ਫਾਇਦਾ ਉਠਾਓ। ਮੋਂਗਾ ਸਰ ਦੀ ਮੈਥ ਕਲਾਸ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ।